भाई उसने उनको बड़ी बेदर्दी से मारा हुआ था, गले काटे हुए थे उनके, और बक्से में और आटे वाली मिट्टी में उसकी लाशें पड़ी हुई थी। पुलिस ने खुद जाके निकाली। ਇਸ ਤਰ੍ਹਾਂ ਗਰਦਨ ਤੇ ਅੱਖਾਂ ਤੇ ਸੂਬੇ ਪੇਚਕਸ ਵੱਜੇ ਦੇ ਹਨ, ਸਾਰੇ ਚਿਹਰਿਆਂ ਤੇ ਅੱਖਾਂ 'ਚ ਸਾਰੀ ਹੈ, ਛਾਤੀਆਂ ਤੇ ਸਾਰੇ ਜਿਸਮ ਤੇ ਉਹਨਾਂ ਨੇ ਬੜਾ ਬੇਦਰਦੀ ਨਾਲ ਮੇਰੇ ਕੋਲ ਦੱਸੇ नहीं ਜਾਂਦਾ कि मैं ਕੀ बोला। ज़िंदगी की हद कर दी है और हम भी देख के और अहले इलाका और हमारे छोटे छोटे बच्चे घरों में बहुत परेशान हैं। बच्चे सो नहीं रहे जिस दिन का ये वाक़या हुआ है, तो बच्चे और इलाके के अंदर खौफ व हरास है। ਬਾਅਦ ਚ ਕੁੜੀ ਗਈ ਹੈ ਸਾਡੀ ਅੰਦਰ, ठीक है, ਸਾਲੀ ਮੇਰੀ ਵੱਡੀ, ठीक है। ਠੀਕ ਹੈ। ਉਹਨੇ ਜੁੱਤੀ ਦਾ ਪੈਰ ਵੇਖ ਮੇਰੀ ਅਪੀਲ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ। ਨਾ ਇਨਸਾਫ ਮਿਲਿਆ ਤੇ ਮੈਂ ਆਪਣੇ ਆਪ ਨੂੰ ਵੀ ਫਿਰ ਸ਼ੂਟ ਕਰ ਦਿਆਂਗਾ, ਮਰ ਜਾਵਾਂਗਾ मैं भी। ਫਿਰ ਮੈਨੂੰ ਇਨਸਾਫ ਚਾਹੀਦਾ ਬਸ। बिस्मिल्लाहिर्रहमानिर्रहीम। मैं हवा का मेज़बान इंजीनियर मोहम्मद हसन बड़ाइश। नाजरीन, ना ज़मीन फटी ना आसमान गिरा, अगर मैं ये कहूँ तो गलत ना होगा। हमारे शहर सियालकोट में एक दिल खराश वाक़या पेश आया, और ये वाक़या जिनके घर पेश आया, जिनका बेटा था और जिनकी बेटी थी, वो मेरे साथ मौजूद हैं। आइए उनसे जानते हैं कि उनके दिल पे ये कैसी क़यामत गुजरी, ये कैसे वाक़या रोनुमा हुआ। अस्सलाम वालेकुम। ਵਾਲੇਕੁਮ ਸਲਾਮ ਸਰ। ਮੈਂ ਇੰਨਾ ਕੁ ਟੈਨਸ਼ਨ ਦੇ ਵਿੱਚ ਆ, ਮੇਰੇ ਨਾਲ ਜੋ ਹੋ ਗਿਆ ਮੇਰਾ ਜ਼ਿਹਨ ਨਹੀਂ ਕੰਮ ਕਰਦਾ ਕਿ ਮੈਂ ਕੋਈ ਗੱਲ ਕਿਸੇ ਨਾਲ ਕਰ ਸਕਾਂ। ਮੇਰਾ ਤੇ ਮੈਂ ਪਰੇਸ਼ਾਨ ਆ ਕਿ ਬਹੁਤ ਹੀ ਮੇਰੇ ਨਾਲ ਜ਼ੁਲਮ ਹੋਇਆ ਵੇ। ਇੰਦਾ ਜ਼ੁਲਮ ਹੋਇਆ। ਮੇਰਾ ਇੱਕ ਬੇਟਾ ਸੀ ਇਕੱਲਾ ਹੀ, ਉਹ ਨਹੀਂ ਰਿਹਾ, ਮੇਰਾ ਉਹ ਸਹਾਰਾ ਸੀ ਤੇ ਮੇਰੀ ਤੇ ਦੁਨੀਆ। किन्ने बच्चे ने ਮੇਰੀਆਂ 4 ਬੇਟੀਆਂ ਸਨ, ਇੱਕ ਹੀ ਬੇਟਾ ਸੀ। ਤੇ 2 ਕਤਲ ਕਰ ਹੜੇ। 2 ਕਤਲ ਕਰ ਚੜੇ ਨੇ। ਮੇਰੇ ਭਤਰੀਆ ਸੀ, ਉਹਨੇ ਮਾਰ ਚੜੇ ਨੇ। ਜਦੋਂ ਇਹ ਕਤਲ ਹੋਇਆ ਤੁਸੀਂ ਸਾਰੇ ਕਿੱਥੇ ਸੋ? ਸਰ ਸੀਗੇ ਘਰ ਹੀ ਸਨ, ਲੇਕਿਨ ਸਾਨੂੰ ਪਤਾ ਹੀ ਨਹੀਂ ਚੱਲਿਆ। ਉਹਨਾਂ ਨੇ ਅੰਦਰ ਉੱਚੀ ਗਾਣੇ ਲਾਏ ਦੇ ਸਨ, ਉੱਚੀ ਆਵਾਜ਼ 'ਚ। ਸਾਨੂੰ ਪਤਾ ਹੀ ਨਹੀਂ ਕੋਈ ਵੀ ਚੱਲਿਆ ਕਿ ਇਹ ਕੀ ਕਤਲ ਕਿਸ ਤਰ੍ਹਾਂ ਕੀਤਾ ਉਹਨੇ? ਕਿਹੜਾ ਔਜ਼ਾਰ ਸੀ? ਬੰਦੂਕ ਨਾਲ ਮਾਰਿਆ ਸੋ, ਛੁਰੀ ਨਾਲ ਮਾਰਿਆ ਸੋ, ਚਾਕੂ ਨਾਲ ਮਾਰਿਆ ਸੋ, ਕਿਹੜੀ ਚੀਜ਼ ਨਾਲ ਮਾਰਿਆ ਸੋ? 2-3 ਛੁਰੀਆਂ ਸਨ, ਇੱਕ ਪੇਚਕਾ ਸੀ ਤੇ ਇੱਕ ਕੈਂਚੀ ਸੀ, ਇੱਕ ਚਾਕੂ ਸੀ। ਇਹ ਚੀਜ਼ਾਂ ਬਰਾਮਦ ਹੋਈਆਂ ਨੇ ਉਹਨਾਂ ਦੇ ਅੰਦਰ। ਅੱਛਾ, ਉਹਨੇ ਗਲਾ ਕੱਟਿਆ ਹੈ, ਕਿੱਥੇ ਮਾਰੇ, ਕਿੰਜ ਮਾਰੇ ਨੇ? ਇਸ ਤਰ੍ਹਾਂ ਗਰਦਨ ਤੇ ਅੱਖਾਂ ਤੇ ਸੂਬੇ ਪੇਚਕਸ ਵੱਜੇ ਦੇ ਹਨ, ਸਾਰੇ ਚਿਹਰਿਆਂ ਤੇ ਅੱਖਾਂ 'ਚ ਸਾਰੀ ਹੈ, ਛਾਤੀਆਂ ਤੇ ਸਾਰੇ ਜਿਸਮ ਤੇ ਉਹਨਾਂ ਨੇ ਬੜਾ ਬੇਦਰਦੀ ਨਾਲ ਮੇਰੇ ਕੋਲ ਤੇ ਦੱਸੇ ਨਹੀਂ ਜਾਂਦਾ ਕਿ ਮੈਂ ਕੀ ਬੋਲਾਂ ਤੇ ਕੀ ਦੱਸਾਂ। ਅੱਛਾ ਬਜ਼ੁਰਗੋ, ਕਿ ਪਹਿਲਾਂ ਕਿਹਨੂੰ ਕਤਲ ਕੀਤਾ ਉਹਨੇ, ਫਿਰ ਬਾਅਦ 'ਚ ਕਿਹਨੂੰ ਕਤਲ ਕੀਤਾ, ਦੋਵਾਂ ਨੂੰ ਇਕੱਠਾ ਕਤਲ ਕੀਤਾ, ਕਿੰਜ ਕਤਲ ਹੋਇਆ? ਇਹ ਸਰ ਹੁਣ ਪਹਿਲੇ ਬੱਚੇ ਨੂੰ ਮੇਰੇ ਹਿਸਾਬ ਨਾਲ ਉਹਨੇ ਕੀਤਾ, ਬਾਅਦ 'ਚ ਬੱਚੀ ਨੂੰ ਕੀਤਾ। ਤੇ ਉਹਨੇ ਕੀ ਕੀਤਾ, ਕਿਉਂ ਕਤਲ ਕੀਤਾ? ਕੋਈ ਮਾਮਲਾ ਸੀ, ਕੋਈ ਲੈਣ ਦੇਣ ਦਾ ਮਸਲਾ ਸੀ? ਕੋਈ ਕੀ ਮਸਲਾ ਨਹੀਂ ਸੀ, ਸਿਰਫ ਉਹਨਾਂ ਨੂੰ ਇਹ ਸੀ ਕਿ ਸਾਡੇ ਤੇ ਸ਼ੱਕ ਸੀ ਕਿ ਇਹਨਾਂ ਨੇ ਸਾਡੀ ਬੇਟੀ ਨੂੰ ਤਵੀਤ ਪਾ ਕੇ ਮਾਰਿਆ ਦਾ ਜੀ। ਇਹ ਹੁਣ ਇਹ ਗਲਤੀ ਉਹਨਾਂ ਨੇ ਜਿਹੜਾ ਨਾ ਹਾਂ ਜੀ। ਤੁਹਾਡੀਆਂ ਬੇਟੀ ਤੇ ਬੇਟੇ ਨੂੰ ਕਤਲ ਕਰ ਹਾਂਜੀ ਜੀ। ਉਹ ਮੁੰਡਾ ਕਹਿੰਦਾ ਜੀ ਮੈਂ ਬਦਲਾ ਲਿਆ ਜੀ ਇਹ ਜੀ, ਤੇ ਹਾਲੇ ਹੋਰ ਮਾਰਨੇ ਸਨ, ਤੇ ਹਾਲੇ ਜਦੋਂ ਆਵਾਂਗਾ ਤੇ ਫਿਰ ਮੈਂ ਅਗਲੀ ਗੱਲ ਫਿਰ ਕਰਾਂਗਾ ਜੀ ਹੋਰ। अच्छा, ਉਹਨੂੰ ਕਹਿੰਦਾ ਕਿ ਜਦੋਂ ਮੈਂ ਬਾਹਰ ਆਣਾ ਤੇ ਮੈਂ ਬਾਹਰ ਵੀ ਆ ਜਾਣਾ, ਬਾਹਰ ਆਣਾ है तो मैं बाहर आके सारों मारना है। मारना जी। हाँ जी। देखा, आप सुन रहे थे एक वालिद की पुकार जो अपने बेटे और बेटी को खोने के बाद ज़हनी तवाज़ुन भी खो चुका है। मेरे साथ इनके और रिश्तेदार मौजूद हैं, उनके बहनोई, उनसे भी बात करते हैं। जी, ये वाक़या कैसे पेश आया, क्या मसला क्या हुआ है? ਸਰ ਮਸਲਾ ਇਹ ਹੋਇਆ ਹੈ ਕਿ ਉਹਨਾਂ ਨੇ ਜਿਹੜਾ ਨਾ ਬਾਹਰ ਜਿਹੜਾ ਨਾ ਕਰ ਛੜਿਆ। ਬਸ ਪਹਿਲਾਂ ਲੜਾਈ ਝਗੜਾ ਹੁੰਦਾ ਰਿਹਾ, अच्छा, ਠੀਕ ਹੈ। ਉਸ ਤੋਂ ਬਾਅਦ ਜਿਹੜਾ ਨਾ ਮੈਂ ਕਾਫੀ ਦੇਰ ਤੱਕ ਇਹਨਾਂ ਨੂੰ ਸਮਝਾਉਂਦਾ ਰਿਹਾ ਦੋਵਾਂ ਨੂੰ, ਤੇ ਮੈਂ ਕਿਹਾ ਛੋਟੀਆਂ ਛੋਟੀਆਂ ਗੱਲਾਂ ਤੋਂ ਫਿਰ ਅੰਕਲ ਹੋਰਾਂ ਨੇ ਆਖਿਆ ਕਿ ਮੈਂ ਨਿਆਂ ਦੇਣ ਨੂੰ ਤਿਆਰ ਹਾਂ ਕਿ ਮੈਂ ਤਵੀਜ਼ ਪਾ ਕੇ ਕੁੜੀ ਨੂੰ ਨਹੀਂ ਮਾਰਿਆ। अच्छा, ਦੇਖੋ ਨਿਆਂ ਤੋਂ ਅੱਗੇ ਕੋਈ ਚੀਜ਼ ਨਹੀਂ। ठीक है। ਫਿਰ ਵੀ ਉਹਨਾਂ ਨੂੰ ਅਸਰ ਨਹੀਂ ਹੋਇਆ। ਫਿਰ ਵੀ ਉਹਨਾਂ ਨੇ ਜਿਹੜਾ ਨਾ ਕੁੜੀ ਨੂੰ ਆਖਿਆ ਕਿ ਸਾਨੂੰ ਇਹਨਾਂ ਤਵੀਜ਼ ਪਾ ਕੇ ਜਨ ਮਾਰਿਆ ਕੁੜੀ। अच्छा, तो कुड़ी नूं किन्नी देर होई है मरिया, किस तरह फौत होई है? ਉਹ ਕੁੜੀ ਕਰੋਨਾ ਦੇ ਅੰਦਰ ਫੌਤ ਹੋਈ ਹੈ ਸਰ। अच्छा, और ਜਿਹੜਾ ਜਿਹਨੇ ਕਤਲ ਕੀਤਾ ਉਹਦੀ ਭੈਣ ਸੀ ਉਹ? ਹਾਂਜੀ, ਉਹਦੀ ਭੈਣ ਸੀ। ਔਰ ਤੁਸੀਂ 15 ਤੇ ਕਾਲ ਚਲਾਈਏ, ਪੁਲਿਸ ਤੁਹਾਨੂੰ ਕੋਆਪਰੇਟ ਕਰ ਰਹੀ ਹੈ ਕਿ ਨਹੀਂ ਕਰ ਰਹੀ? ਸਰ ਇਹ 15 ਤੇ ਕਾਲ ਚੱਲੀਏ ਤੇ ਉਹ ਪਹਿਲਾਂ ਗਏ ਨੇ ਪੁਲਿਸ ਵਾਲੇ, ਅੱਛਾ, ਠੀਕ ਹੈ। ਉਹਨਾਂ ਨੂੰ ਚਕਮਾ ਦੇ ਗਿਆ, ਯਾਨੀ ਕਿ ਉਹਨਾਂ ਨੂੰ ਰੱਦ ਕਰ ਗਿਆ ਮੁੰਡਾ, ਕਿਉਂਕਿ ਉਹਦੇ ਤੇ ਚਿਹਰੇ ਤੇ ਕੋਈ ਐਸੀ ਚੀਜ਼ ਨਹੀਂ ਕਿ ਇਹ ਬੰਦਾ ਕਾਤਲ, ਅੱਛਾ, ਠੀਕ ਹੈ। ਬਾਅਦ ਚ ਕੁੜੀ ਗਈ ਹੈ ਸਾਡੀ ਅੰਦਰ, ਠੀਕ ਹੈ, ਸਾਲੀ ਮੇਰੀ ਵੱਡੀ, ਠੀਕ ਹੈ, ਠੀਕ ਹੈ। ਉਹਨੇ ਜੁੱਤੀ ਦਾ ਪੈਰ ਵੇਖਿਆ, ਠੀਕ ਹੈ। ਫਿਰ ਸਰ ਉੱਥੇ ਹੀ ਫਿਰ ਉਹਨਾਂ ਫਿਰ ਪੁਲਿਸ ਨੂੰ ਲੈ ਗਏ ਨੇ, ਤੇ ਫਿਰ ਉਹਨਾਂ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ।
ਤੇ ਕਿਸ ਤਰ੍ਹਾਂ ਫੜਿਆ ਪੁਲਿਸ ਨੇ? ਇੱਕ ਦਿਨ ਬਾਅਦ ਫੜਿਆ, ਉਸੇ ਦਿਨ ਫੜ ਕੇ? ਨਹੀਂ ਉਸੇ ਦਿਨ ਹੀ ਫੜ ਸਕਦੇ ਨੇ, ਕਿਉਂਕਿ ਮੈਨੂੰ ਫੋਨ ਗਿਆ ਕਿ ਇਹ ਮਸਲਾ ਬਣ ਗਿਆ। ਮੈਂ ਖੁਦ ਪਰੇਸ਼ਾਨ ਹੋ ਗਿਆ। ਮੈਂ ਕਿਹਾ ਜ਼ਾਲਮੋ ਕੀ ਕੀਤਾ ਤੁਸੀਂ? ਤੁਸੀਂ ਤੁਹਾਡੀ ਕੀ ਦੁਹਾਈ ਹੈ ਹੁਣ? ਤੁਸੀਂ ਕੀ ਚਾਹੁੰਦੇ ਹੋ? ਸਰ ਇਨਸਾਫ ਹੋਣਾ ਚਾਹੀਦਾ। ਇਨਸਾਫ ਚਾਹੀਦਾ? ਕੀ ਚਾਹੁੰਦੇ ਹੋ? ਇਨਸਾਫ, ਇਹਨੂੰ ਸਜ਼ਾ ਮੌਤ ਹੋਣੀ ਚਾਹੀਦੀ। ਅੱਛਾ, ਇਸ ਤੋਂ ਇਲਾਵਾ ਇਹਦਾ ਕੋਈ ਹੱਲ ਨਹੀਂ। ਜਿੰਜ ਬੱਚਿਆਂ ਨੂੰ ਨਾ ਤਰਸਾ ਕੇ ਮਾਰਿਆ ਨੇ, ਇਹਨੂੰ ਸਜ਼ਾ ਵੀ ਨਹੀਂ ਹੋਣੀ ਚਾਹੀਦੀ। ਇਹਨੂੰ ਉਹ ਫਾਂਸੀ ਦਿੱਤੀ ਜਾਣੀ ਚਾਹੀਦੀ, ਚਾਹੇ ਕਿਸੇ ਚੌਕ 'ਚ ਦੇ ਲਓ ਜਾਂ ਇਹਨੂੰ थाने 'ਚ ਦੇ ਲਓ ਜਾਂ ਜਿੱਥੇ मर्जी दे लो। अच्छा, मेरे साथ अहले मोहल्ला भी मौजूद है, उनसे भी बात करते हैं। जी अस्सलाम वालेकुम। जी वालेकुम सलाम। अच्छा, ये पहले जराइम में इन्वॉल्व था ये बंदा जिसने कत्ल किया है, या पहले ये ठीक था? अभी कोई इनका घर का मामला हुआ है उसके बाद इन्होंने कत्ल किया? जी, इससे पहले हमने किसी जराइम में उसे इन्वॉल्व नहीं देखा, लेकिन ये है कि ये जिस दिन से वक़ूआ हुआ है तो उस दिन वो खुल के सामने आया है, तो हमने देखा है और उसने एक दरिंदगी की हद कर दी है। और हम भी देख के और अहले इलाका और हमारे छोटे छोटे बच्चे घरों में बहुत परेशान हैं। बच्चे सो नहीं रहे जिस दिन का ये वाक़या हुआ है, और ये इतवार की दोपहर का ये वाक़या है। तो बच्चे और इलाके के अंदर खौफ व हरास है। तो हम ये चाहते हैं अहकाम बाला से कि इंसाफ का बोलबाला किया जाए। और ये मज़लूम घराना है जी, ये बिल्कुल समझ लें कि ये पहले ही मरे हुए थे, ठीक है। और महंगाई के हालात, और आप समझते हैं हमारे मुल्क के हालात कैसे हैं। तो ये मेहनत कश लोग हैं, ठीक है। बीवी भी और बच्चों को पाल रही है काम करके। तो ये हकीकतन जो है ना, ये मज़लूम लोग हैं। तो इनका उस दिन से जो मामला चल रहा है, मतलब खाने पीने का, और ये भी अहले इलाका ही, कभी किसी ने कुछ कर दिया, तो इनके पास तो ये वसाइल ही नहीं है। और जिस भाई और बहन को कत्ल किया गया था, उनकी बहन हमारे साथ मौजूद थी। भाई उसने उनको बड़ी बेदर्दी से मारा हुआ था, गले काटे हुए थे उनके, और बक्से में और आटे वाली मिट्टी में उसकी लाशें पड़ी हुई थी। पुलिस ने खुद जाके निकाली थी। मम्मी सो रही थी और पापा तायाब के घर बैठे हुए थे। तो बेटा दरवाज़ा खोलने गया था, बाहर लॉक हुआ था, तो उसके बाद वो वापस नहीं आया। थोड़ी देर के बाद बहन चली गई। बहन आपको पता कैसे चला? उसने आवाज़ें दी थी पापा को, ना आवाज़ें दी थी पापा ने, उसकी आवाज़ें सुनी थी। और फिर पापा बाहर आए तो वो गली में ढूंढने चले गए। उनको ये पता नहीं था कि वो कमरे में ले गया हुआ उनको। अच्छा, आपने देखा था उसकी जूती, जो अपनी बहन की जूती आपने देखी थी, और आपने पुलिस को बताया था? जी, मैंने बताया था पुलिस को। सर IG पंजाब IG DPO साहब दे अगे मेरी अपील है कि सानू इंसाफ चाहिए। ना इंसाफ मिलिया तो मैं अपने आप में भी फिर शूट कर देंगा, मर जाऊँगा मैं भी। फिर मनु इंसाफ चाहिए बस। जी, तो जैसा कि आप सुन रहे थे, ये दिल खराश और रूह घुमा देने वाला वाक़या जो पेश आया है। उनके वालिदैन हमारे सामने मौजूद हैं। जिस बेटी और बेटे को कत्ल किया गया था, उनकी भाई से भी बात की है, उनके बहनोई से भी बात की है, और उनके वालिद साहब से भी बात की है। उनका यही कहना है IG पंजाब से, DPO सियालकोट से और अल्लाह अफसरान से कि हमें हर सूरत इंसाफ दिया जाए। इसी के साथ अपने भाई इंजीनियर मोहम्मद हसन राइज को इजाज़त दीजिएगा। फिर मुलाकात होगी। अपना ख्याल रखिएगा। इस चैनल का भी अल्लाह हाफ़िज़।